ਉਹ ਅਗਲੇ ਸਾਲ ਕਰਦਿਆਂ ਹੁਣ 3 ਹੋ ਗਏ ਪੂਰੇ ਤੇ ਆ ਚੌਥੇ ਵਾਰੀ ਲੜਾਈ ਹੋ ਗਈ। ਕਿਉਂਕਿ ਮੈਨੂੰ ਕਦੀ ਜੇ ਮੈਂ ਠੇਕੇਦਾਰਾਂ ਨਾਲ ਗੱਲ ਕਰਦਾ 2 ਨੰਬਰ ਦੀ ਸ਼ਰਾਬ ਵੀ ਵਿਕਦੀ ਹੈ। ਅੱਛਾ ਕਦੀ ਇਹ ਆਰਡਰ ਆ ਜਾਂਦੇ ਆ ਵੀ ਉਹ ਜੀ ਦੇਖੋ ਅਸੀਂ ਬੜੀ ਸਖਤੀ ਕਰਤੀ ਹੈ। ਬੜੇ ਬੰਦੇ ਆਏ ਵੀ ਆ, ਬੰਦੇ ਚਲੇ ਵੀ ਗਏ ਆ। ਸਿਸਟਮ ਨੇ ਤਾਂ ਔਰੰਗਜ਼ੇਬ ਵਰਗੇ ਨਹੀਂ ਇੱਥੇ ਰਹੇ ਤੇ ਹੋਰ ਕਿਹਨੇ ਕੀ ਰਹਿਣਾ। ਤੇ ਕਈ ਵਾਰੀ ਮੇਰੇ ਵਰਗਾ ਕਹਿ ਦਿੰਦਾ ਉਹ ਰਿਬੈਲੀਅਨ, ਉਹਨੂੰ ਰਿਬੈਲ ਕਹਿਣ ਲੱਗ ਪੈਂਦੇ ਆ। ਪਿਛਲੀ ਵਾਰੀ ਵੀ ਮੈਨੂੰ ਰਿਬੈਲ ਕਹਿੰਦੇ ਸੀ, ਹੁਣ ਵੀ ਕਈ ਵਾਰੀ ਰਿਬੈਲ ਕਹਿ ਲੈਂਦੇ ਆ। ਪੰਜਾਬ ਦੀ ਸਿਆਸਤ ਖਾਸ ਕਰਕੇ ਕਾਂਗਰਸ ਸਰਕਾਰ ਵਿੱਚ ਇਨੀ ਦਿਨੀ ਖਿਲਾਰੇ ਪਏ ਹੋਏ ਨੇ। ਕਈ ਮੰਤਰੀਆਂ ਦੇ ਇੱਕ ਦੂਜੇ ਨਾਲ ਤੜਿੰਗ ਹੋਣ ਤੋਂ ਬਾਅਦ ਹੁਣ ਵਿਧਾਇਕ ਪ੍ਰਗਟ ਸਿੰਘ ਨੇ ਵੀ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਧਾਇਕ ਪ੍ਰਗਟ ਸਿੰਘ ਨੇ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੀ ਮੰਗ ਦਾ ਸਮਰਥਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਸਭ ਤੋਂ ਵੱਧ ਟੈਕਸ ਐਕਸਾਈਜ਼ ਵਿਭਾਗ ਤੋਂ ਆਉਂਦਾ ਹੈ। ਪ੍ਰਗਟ ਸਿੰਘ ਨੇ ਕਿਹਾ ਕਿ 3.5 ਸਾਲਾਂ ਅੰਦਰ ਸਰਕਾਰ ਤੋਂ ਐਕਸਾਈਜ਼ ਵਿਭਾਗ ਦੀ ਕਾਰਪੋਰੇਸ਼ਨ ਤੱਕ ਨਹੀਂ ਬਣੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸਥਿਤੀ ਇਹ ਹੈ ਕਿ ਪੰਜਾਬ ਨੂੰ 3.5 ਸਾਲਾਂ ਅੰਦਰ ਕਰੀਬ 14,500 ਕਰੋੜ ਰੁਪਇਆ ਮਾਲੀਆ ਆਇਆ ਹੈ, ਜੋ ਕਿ ਕਾਰਪੋਰੇਸ਼ਨ ਰਾਹੀਂ 2 ਗੁਣਾ ਹੋ ਸਕਦਾ ਸੀ, ਯਾਨੀ ਕਿ ਕਰੀਬ 30,000 ਕਰੋੜ ਰੁਪਏ ਤੱਕ ਆ ਸਕਦੇ ਸੀ। ਉਹਨਾਂ ਕਿਹਾ ਕਿ ਸਰਕਾਰ ਕਰੋਨਾ ਦੇ ਨਾਂ ਹੇਠ ਬੇਅਦਬੀਆਂ, ਨਸ਼ਿਆਂ ਅਤੇ ਅਜਿਹੇ ਹੋਰ ਕਿੰਨੇ ਹੀ ਮਾਮਲੇ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਉਸ ਖਾਸ ਧਿਆਨ ਦੇ ਵਿੱਚ ਜਿੰਨੀ ਕੁ ਗੱਲ ਸਮਝ ਆਉਂਦੀ ਆ ਵੀ ਸਾਡੇ ਕੋਲ ਸੋਰਸਿਸ ਤਾਂ 2 ਹੈਗੇ ਆ, ਇੱਕ ਐਕਸਾਈਜ਼ ਹੈ ਤੇ ਇੱਕ ਹੈਗੀ ਮਾਈਨਿੰਗ। ਔਰ ਇੱਕ ਮਾਈਨਿੰਗ। ਲੇਕਿਨ ਬਦਕਿਸਮਤੀ ਕੀ ਆ ਕਿ ਐਕਸਾਈਜ਼ ਜਿਹੜੀ ਆ ਉਹਦੇ ਤੇ ਆ ਕਈ ਦਿਨ ਹੋ ਗਏ ਆਪਸ ਵਿੱਚ ਲੜਾਈ ਝਗੜਾ ਹੁੰਦਿਆਂ, ਕਿਹਨੇ ਕੀ ਕੀਤਾ ਕਿਹਨੇ ਕੀ ਨਹੀਂ ਕੀਤਾ। ਔਰ ਮੈਨੂੰ ਯਾਦ ਆ ਵੀ ਮੈਂ ਜਦੋਂ ਇਲੈਕਸ਼ਨ ਸੀ, ਇਲੈਕਸ਼ਨ ਤੋਂ ਪਹਿਲਾਂ ਅਸਲੀ ਗੱਲ ਹੈ ਮੈਂ ਡਾਕੂਮੈਂਟ ਮੰਗਾਏ ਸੀਗੇ ਜਿਹੜੇ ਕਾਰਪੋਰੇਸ਼ਨ ਬਣਾਉਣ ਦੇ, ਔਰ ਉਹਦੀ ਪ੍ਰੋੜਤਾ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ ਵੀ ਇਹ ਆਪਾਂ ਨੂੰ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਹੈ। ਔਰ ਜਦੋਂ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਇਹ ਹੋਇਆ ਵੀ ਹੁਣ ਸਮਾਂ ਥੋੜ੍ਹਾ ਆ, ਇਹਨੂੰ ਅਗਲੇ ਸਾਲ ਬਣਾਵਾਂਗੇ। ਉਹ ਅਗਲੇ ਸਾਲ ਕਰਦਿਆਂ ਹੁਣ 3 ਹੋ ਗਏ ਪੂਰੇ ਤੇ ਆ ਚੌਥੇ ਵਾਰੀ ਲੜਾਈ ਹੋ ਗਈ। ਔਰ ਮੈਂ ਹੈਰਾਨ ਆ ਇਸ ਗੱਲ ਤੇ, ਕਿਉਂਕਿ ਸਾਨੂੰ ਰੋਕਦਾ ਕੌਣ ਆ? ਕਿਉਂਕਿ ਜੇ ਕਾਰਪੋਰੇਸ਼ਨ ਅਸੀਂ ਬਣਾ ਲੈਂਦੇ ਹਾਂ ਤੇ ਘੱਟੋ ਘੱਟ ਵੀ ਅੱਜ ਜਿਹੜਾ ਅਸੀਂ 3 ਸਾਲਾਂ ਦੇ ਵਿੱਚ ਮੇਰਾ ਖਿਆਲ 14,500 ਕਰੋੜ ਤੇ ਪਹੁੰਚੇ ਆ, ਇਹ ਆਰਾਮ ਨਾਲ 30,000 ਕਰੋੜ ਤੇ 3 ਸਾਲਾਂ 'ਚ ਮੀਨਸ ਕਿ 10,000 ਕਰੋੜ ਤੇ ਅਸੀਂ ਆਰਾਮ ਨਾਲ ਪਹੁੰਚ ਸਕਦੇ ਹਾਂ। ਇਹਦੇ 'ਚ ਕੋਈ ਡਾਊਟ ਨਹੀਂ ਹੈ, ਨਾ ਕਿਸੇ ਐਡਮਿਨਿਸਟ੍ਰੇਟਰ ਨੂੰ। ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਮੰਤਰੀ ਇਹਨਾਂ ਚੀਜ਼ਾਂ ਲਈ ਲੜਦੇ ਆ, ਤਾਂ ਮੈਨੂੰ ਤਾਂ ਐਂ ਲੱਗਦਾ ਵੀ ਉੱਥੇ ਸਾਨੂੰ ਪਾਲਿਸੀ ਮੈਟਰ ਤੇ, ਕਿਉਂਕਿ ਹੁਣ ਸਿੰਸ ਇਹ ਕੋਵਿਡ-19 ਤੋਂ ਬਾਅਦ ਹੋਰ ਚੀਜ਼ਾਂ ਵੀ ਔਖੀਆਂ ਹੋਣੀਆਂ, ਪਰ ਆਪਾਂ ਪੁਰਾਣੇ ਮੁੱਦਿਆਂ ਨੂੰ ਵੀ ਛੱਡ ਨਹੀਂ ਸਕਦੇ। ਆਪਾਂ ਪੁਰਾਣੇ ਇਸ਼ੂਜ਼ ਜਿਹੜੇ ਹੈਗੇ ਆ, ਕਿਉਂਕਿ ਚਾਹੇ ਉਹ ਬੇਅਦਬੀਆਂ ਦਾ ਇਸ਼ੂ ਹੈਗਾ, ਚਾਹੇ ਉਹ ਸਾਡੀ ਐਕਸਾਈਜ਼ ਪਾਲਿਸੀ ਆ, ਚਾਹੇ ਮਾਈਨਿੰਗ ਪਾਲਿਸੀ ਆ, ਚਾਹੇ 31,000 ਕਰੋੜ ਵਾਲੀ ਗੱਲ ਹੈਗੀ ਆ ਜਿਹੜੀ ਫੂਡ ਵਾਲੀ, ਔਰ ਉਹਦੇ ਤੋਂ ਇਲਾਵਾ ਜਿਹੜੀਆਂ ਸਾਡੀਆਂ ਖਾਸ ਕਰਕੇ ਡਰੱਗ ਦੀ ਸਮੱਸਿਆ ਹੈਗੀ ਆ, ਅਸੀਂ ਇਹਨੂੰ ਕੋਵਿਡ-19 ਦੇ ਵਿੱਚ ਹੀ ਨਹੀਂ ਲਪੇਟ ਸਕਦੇ, ਕਿਉਂਕਿ ਆਪਾਂ ਨੂੰ ਲਗਭਗ ਹੁਣ ਗੱਲ ਸਮਝ ਆ ਰਹੀ ਆ ਵੀ ਇਹਦੇ ਨਾਲ ਹੀ ਸਾਨੂੰ ਵਿਚਰਨਾ ਪਊਗਾ। ਔਰ ਅਸੀਂ ਕਈ ਵਾਰੀ, ਮੈਂ ਪਰਸਨਲੀ ਜਦੋਂ ਕਈ ਵਾਰੀ ਮਿਨਿਸਟਰਸ ਨਾਲ ਕੈਬਨਿਟ ਹੁੰਦੀ ਆ, ਉਹਦੇ ਤੋਂ ਬਾਅਦ ਕੱਲੇ ਨਾਲ ਗੱਲ ਕਰੀਦੀ ਆ, ਕੱਲਾ ਕੁਛ ਹੋਰ ਗੱਲ ਕਰਦਾ, ਤੇ ਜਦੋਂ ਉਹਦੀ ਪਾਲਿਸੀ ਬਾਰੇ ਗੱਲ ਆਉਂਦੀ ਆ ਜਾਂ ਕਲੈਕਟਿਵ ਗੱਲ ਆਉਂਦੀ ਆ ਤਾਂ ਫਿਰ ਅਸੀਂ ਕਿਤੇ ਹੋਰ ਕਰਦੇ ਆ। ਸੋ ਅੱਜ ਸਾਨੂੰ ਜ਼ਰੂਰਤ ਕਾਹਦੀ ਆ? ਔਰ ਮੈਂ ਤਾਂ ਜਿਹੜੇ ਮੇਰੇ ਸਾਥੀ MLA ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ, ਕਿਉਂਕਿ ਸਮਾਂ ਕਿਸੇ ਦਾ ਨਹੀਂ ਹੈ, ਸਮਾਂ ਕਿਸੇ ਲਈ ਰੁਕਦਾ ਨਹੀਂ ਹੈ। ਪਿਛਲੇ 10 ਸਾਲ ਅਸੀਂ ਰੌਲਾ ਪਾਉਂਦੇ ਰਹੇ, ਉਹ ਸੰਤਾਪ ਹੋ ਗਿਆ। ਹੁਣ 3 ਸਾਲ ਵੀ ਲਗਭਗ ਇਹੀ ਗੱਲ ਇੱਦਾਂ ਦੀ ਚੱਲੀ ਜਾਂਦੀ ਹੈ। ਔਰ ਸਾਨੂੰ ਇਹਨਾਂ ਛੋਟੀਆਂ ਚੀਜ਼ਾਂ ਤੋਂ ਉੱਠ ਕੇ ਈਵਨ ਕਿ ਜਿਹੜਾ ਕੁੱਕੜ ਖਲੇਰਾ ਜਿਹਾ ਇਹਨਾਂ ਲੜਾਈਆਂ ਤੋਂ ਉੱਠ ਕੇ ਸਾਨੂੰ, ਕਿਉਂਕਿ ਸੁਹਿਰਦ ਹੋਣ ਦੀ ਜ਼ਰੂਰਤ ਆ ਵੀ ਅਸੀਂ ਸਟੇਟ ਨੂੰ, ਕਿਉਂਕਿ ਜਿਹੜੇ ਸੋਰਸਿਸ ਹੈਗੇ ਆ, ਜਿੱਥੇ ਕਿਤੇ ਲੂਪ ਹੋਲ ਹੈਗੇ ਆ, ਜਿੱਥੇ ਪਲੱਗ ਕਰਨ ਦੀ ਜ਼ਰੂਰਤ ਆ, ਉਹ ਸਾਨੂੰ ਇਕੱਠੇ ਹੋ ਕੇ ਕਰਨ ਦੀ ਜ਼ਰੂਰਤ ਆ। ਇਹਨਾਂ ਲੜਾਈਆਂ ਝਗੜੀਆਂ ਨੂੰ ਛੱਡੋ, ਇਹਨਾਂ ਲਈ ਇਕੱਠੇ ਹੋਵੋ। ਇਕੱਠੇ ਹੋ ਕੇ ਜਿਹੜਾ ਕੋਈ ਨਹੀਂ ਮੰਨਦਾ, ਕਿਉਂਕਿ ਅਲਟੀਮੇਟਲੀ ਸਰਕਾਰ ਤਾਂ
ਪੋਲੀਟੀਕਲ ਨੁਮਾਇੰਦਿਆਂ ਦੀ ਸਰਕਾਰ ਹੁੰਦੀ ਹੈ। ਕਿਉਂਕਿ ਇਹ ਵੀ ਰੌਲਾ ਕਾਹਦਾ ਵੀ ਦੇਖੋ ਜੀ ਚੀਫ ਸੈਕਟਰੀ ਦੀ ਸਰਕਾਰ, ਇਹ ਚੀਫ ਸੈਕਟਰੀ ਦੀ ਸਰਕਾਰ ਥੋੜ੍ਹੀ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਦੇ ਲਈ ਸੁਹਿਰਦ ਹੋਣ ਦੀ ਜ਼ਰੂਰਤ ਹੈਗੀ ਆ। ਸੋ ਮੈਂ ਤਾਂ ਇਸ ਕਰਕੇ ਤੁਹਾਨੂੰ ਜਿਹੜੀ ਤਕਲੀਫ ਵੀ ਦਿੱਤੀ, ਤੁਹਾਨੂੰ ਰਿਕੁਐਸਟ ਵੀ ਕੀਤੀ, ਕਿਉਂਕਿ ਤੁਹਾਡੇ 'ਚੋਂ ਮੇਰਾ ਇਹ ਵੀ ਹੁੰਦਾ ਕਿ ਯਾਰ ਇਹਨਾਂ ਨਾਲ ਸਲਾਹ ਕਰੀਏ ਵੀ ਆਪਾਂ ਇਹਨੂੰ ਹੋਰ ਕਿੱਦਾਂ ਮੂਵ ਕਰ ਸਕਦੇ ਹਾਂ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਆਪਸ ਵਿੱਚ ਝਗੜਦੇ ਹੀ ਰਹਿੰਦੇ ਨੇ, ਜਦਕਿ ਪੰਜਾਬ ਦੇ ਹਾਲਾਤ ਅਜਿਹੇ ਨੇ ਕਿ ਪੰਜਾਬ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਾ ਨਹੀਂ ਹੈ। ਉਹਨਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਇਹ ਸ਼ਰਾਬ ਆ ਵੀ ਪੰਜਾਬ ਦੀਆਂ ਫੈਕਟਰੀਆਂ ਤੋਂ ਹੀ ਰਹੀ ਹੈ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਪੰਜਾਬ ਦੇ ਟੈਕਸ ਨੂੰ ਚੂਨਾ ਲਾਇਆ ਜਾ ਰਿਹਾ ਹੈ। ਕਿਉਂਕਿ ਆਉਣ ਵਾਲਾ ਸਮਾਂ ਹੁਣ ਤਾਂ ਸਾਡੇ ਕੋਲ ਤਨਖਾਹਾਂ ਦੇਣ ਨੂੰ ਵੀ ਮੈਨੂੰ ਲੱਗਦਾ, ਕਿਉਂਕਿ GST ਮੇਰਾ ਖਿਆਲ ਹੈ ਲਗਭਗ 4500 ਕਰੋੜ ਦੀ ਹੈਗੀ ਆ ਅਤੇ GST ਦਿੱਤੀ ਨਹੀਂ ਹੈ, ਅਤੇ GST ਨਾ ਦੇ ਕੇ ਅਤੇ ਅਲਟੀਮੇਟਲੀ ਤਨਖਾਹਾਂ ਦੇਣੀਆਂ ਵੀ ਔਖੀਆਂ ਹੋ ਜਾਣੀਆਂ। ਕਿਉਂਕਿ ਚਾਹੇ ਘਰ ਹੋਵੇ, ਚਾਹੇ ਕੋਈ ਪਿੰਡ ਹੋਵੇ, ਚਾਹੇ ਕੋਈ ਸੂਬਾ ਹੋਵੇ, ਜੇ ਉਹਦੇ ਫਾਈਨੈਂਸ ਠੀਕ ਨਹੀਂ ਚੱਲ ਰਿਹਾ ਤਾਂ ਅਸੀਂ ਉਹਦੀ ਪ੍ਰੋਗਰੈਸ ਦੇ ਵਿੱਚ ਕਦੀ ਵੀ ਹਿੱਸਾ ਨਹੀਂ ਪਾ ਸਕਦੇ ਹੌਲੀ ਹੌਲੀ। ਕਿਉਂਕਿ 2.5 ਲੱਖ ਕਰੋੜ ਦਾ ਕਰਜ਼ਾ ਆਲਮੋਸਟ ਸਾਡੇ 'ਤੇ ਪੰਜਾਬ 'ਤੇ ਆਲਮੋਸਟ ਹੋ ਗਿਆ ਹੈਗਾ, ਅਤੇ ਜੇ ਅਸੀਂ ਕਮ ਸੇ ਕਮ ਨਹੀਂ ਤਾਂ ਐਕਸਾਈਜ਼ ਪਾਲਿਸੀ ਨੂੰ ਠੀਕ ਕਰ ਲੈਂਦੇ। ਔਰ ਮੈਨੂੰ ਤਾਂ ਕਦੀ ਕਦੀ ਇਸ ਕਿਉਂਕਿ ਮਾਰਕੀਟ ਦਾ ਮੰਡੀ ਹਾਂ ਜਿਹੜੇ ਉਹ ਅਲੱਗ ਅਦਾਰੇ ਤੋਂ PIDB ਤੋਂ ਹੈ ਤਾਂ ਉਹ ਹਾਂ ਬਿਲਕੁਲ ਠੀਕ ਹੈਗੀ ਆ, ਬਟ ਡਾਇਰੈਕਟਲੀ 2.5 ਲੱਖ ਕਰੋੜ ਦਾ ਤਾਂ ਡਾਇਰੈਕਟਲੀ ਹੈਗਾ। ਸੋ ਇਸ ਕਰਕੇ ਮੈਨੂੰ ਤਾਂ ਇਹ ਨਹੀਂ ਸਮਝ ਆਈ ਵੀ ਸਾਨੂੰ ਰੋਕਦਾ ਕੌਣ ਆ। ਕਿਉਂਕਿ ਮੈਨੂੰ ਕਦੀ ਕਦੀ ਜੇ ਮੈਂ ਠੇਕੇਦਾਰਾਂ ਨਾਲ ਗੱਲ ਕਰਦਾ 2 ਨੰਬਰ ਦੀ ਸ਼ਰਾਬ ਵੀ ਵਿਕਦੀ ਹੈ। ਅੱਛਾ ਕਦੀ ਕਦੀ ਇਹ ਆਰਡਰ ਆ ਜਾਂਦੇ ਆ ਵੀ ਉਹ ਜੀ ਦੇਖੋ ਅਸੀਂ ਬੜੀ ਸਖਤੀ ਕਰ ਦਿੱਤੀ ਯਾਰ, ਜਦੋਂ ਕਿਤੇ ਨਾ ਕਿਤੇ 2 ਨੰਬਰ ਦੀ ਸ਼ਰਾਬ ਕਿੱਥੋਂ ਆਉਂਦੀ, ਡਿਸਟਿਲਰੀਆਂ ਤੋਂ ਆਉਂਦੀ ਹੈ ਨਾ। ਸੋ ਇਸ ਕਰਕੇ ਇਹ ਸਾਰਾ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਸਮਝਣ ਦੀ ਵੀ ਜ਼ਰੂਰਤ ਆ। ਔਰ MLA ਨੂੰ ਵੀ ਮੈਂ ਰਿਕੁਐਸਟ ਕਰੂੰਗਾ ਕਿ ਤੁਹਾਡੀ ਉਹ ਲਾਈਨ ਨਹੀਂ ਹੈ ਜਿੱਥੇ ਤੁਸੀਂ ਖੜ੍ਹੇ ਆ, ਕਿਉਂਕਿ ਸਾਲ ਸਵਾ ਸਾਲ ਬਾਅਦ ਆਪਾਂ ਲੋਕਾਂ ਦੇ ਵਿੱਚ ਜਾਣਾ ਹੈਗਾ ਅਤੇ ਨਾ ਲੋਕ ਮਾਫ ਹੀ ਕਰਦੇ ਹੁੰਦੇ ਆ, ਅਤੇ ਤੁਹਾਨੂੰ ਆਨਸਰੇਬਲ ਵੀ ਸਾਨੂੰ ਉੱਥੇ ਜਾ ਕੇ ਹੋਣਾ ਪਊਗਾ ਵੀ ਭਾਈ ਆਹ ਜਿਹੜੇ ਇਸ਼ੂ ਸੀਗੇ ਔਰ ਇਹਦੇ ਵਿੱਚ ਹੋਇਆ ਕੀ ਆ। ਕਿਉਂਕਿ ਜਿੱਥੇ ਦੀ ਜਾਂਚ ਖੜੀ ਕਰ ਲਓ, ਕਿਉਂਕਿ ਪਾਵਰ ਪਰਚੇਜ਼ ਐਗਰੀਮੈਂਟ ਹੈਗੇ ਆ, ਕਿਉਂਕਿ ਜਦੋਂ ਤੁਸੀਂ 1000 2-2000 ਕਰੋੜ 5-5000 ਕਰੋੜ ਨੂੰ ਸਮਝਦੇ ਕੁਛ ਨਹੀਂ ਹੈ ਤਾਂ ਅਲਟੀਮੇਟਲੀ ਸਾਡੇ ਸਿਸਟਮ ਦੇ ਵਿੱਚੋਂ ਹੀ ਨਿਕਲ ਰਿਹਾ। ਇੰਡੀਵਿਜੂਅਲ ਮੇ ਵੀ ਤਕੜੇ ਹੁੰਦੇ ਹੋਣਗੇ, ਇੰਡੀਵਿਜੂਅਲ ਅਮੀਰ ਹੁੰਦੇ ਹੋਣਗੇ, ਬਟ ਅਨਫੋਰਚੂਨੇਟਲੀ ਇਹ ਜਾਣੇ ਤਾਂ ਸਾਡੇ ਸਿਸਟਮ ਦੇ ਵਿੱਚੋਂ। ਜਦੋਂ ਸਿਸਟਮ ਤੋਂ ਜਾਣੇ ਆ, ਜਦੋਂ 3 ਕਰੋੜ ਲੋਕਾਂ ਨੇ ਤੁਹਾਨੂੰ ਮੈਂਡੇਟ ਦਿੱਤਾ, 3 ਕਰੋੜ ਲੋਕਾਂ ਨੇ ਤੁਹਾਨੂੰ ਇਹ ਦਿੱਤਾ ਵੀ ਤੁਸੀਂ ਕਸਟੋਡੀਅਨ ਹੈ, ਤੁਸੀਂ ਇਹਦੇ ਲਈ ਬੈਸਟ ਐਕਟ ਕਰੋ, ਅਤੇ ਜੇ ਤੁਸੀਂ ਉਹਦੇ ਲਈ ਬੈਸਟ ਐਕਟ ਨਹੀਂ ਕਰਦੇ ਅਲਟੀਮੇਟਲੀ ਇਹ ਤਾਂ ਠੀਕ ਹੈ ਵੀ ਬਦਲ ਜਾਣਗੀਆਂ ਸਰਕਾਰਾਂ, ਬਟ ਉਹ ਜਿਹੜਾ ਸਮਾਂ ਲੰਘ ਜਾਂਦਾ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਮੈਚ ਨਹੀਂ ਹੋਣ ਦਿੰਦਾ, ਪੰਜਾਬ ਨੂੰ ਉਹਦੇ ਨਾਲ ਨਹੀਂ ਰਲਣ ਦਿੰਦਾ। ਸੋ ਇਸ ਕਰਕੇ ਆਪਾਂ ਤਾਂ ਸਾਰੇ ਪੰਜਾਬ ਨਾਲ ਖੜਨ ਦੀ ਜਿਹੜੀ ਆ ਜ਼ਿੱਦ ਹੈਗੀ ਆ ਕਿ ਪੰਜਾਬ ਨਾਲ ਖੜੀਏ, ਲੈਟਸ ਵਰਕ ਟੂਗੈਦਰ। ਕਿਉਂਕਿ ਆਹ ਛੋਟੀਆਂ ਚੀਜ਼ਾਂ ਦੇ ਵਿੱਚ ਵੀ ਉਹਨੇ ਆਹ ਕਹਿਤਾ, ਉਹਨੇ ਆਹ ਕਹਿਤਾ, ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਰੱਖਦਾ। ਔਰ ਮੈਂ ਕਹਿੰਦਾ ਕਿ ਜਿਹੜੀ ਗੱਲ ਸਿੱਧੀ ਆ ਉਹਨੂੰ ਸਿੱਧੀ ਜਾ ਕੇ ਕਹੀਏ ਵੀ ਆਹ ਗੱਲ ਕਰਨ ਵਾਲੀ ਆ, ਕਿਹੜਾ ਨਹੀਂ ਕਰਦਾ, ਜਿਹੜਾ ਨਹੀਂ ਕਰਦਾ ਅਤੇ ਉਹਨੂੰ ਆਪਾਂ ਬਦਲ ਲਈਏ, ਜਿਹੜਾ ਕਰਨ ਵਾਲਾ ਉਹਨੂੰ ਲੈ ਆਈਏ ਨਾਲ। ਔਰ ਇਹਨੂੰ ਕਲੈਕਟਿਵਲੀ ਸੋਚੀਏ, ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਔਰ ਬੜੇ ਬੰਦੇ ਆਏ ਵੀ ਆ, ਬੰਦੇ ਚਲੇ ਵੀ ਗਏ ਆ। ਸਿਸਟਮ ਨੇ ਤਾਂ ਔਰੰਗਜ਼ੇਬ ਵਰਗੇ ਨਹੀਂ ਇੱਥੇ ਰਹੇ, ਅਤੇ ਹੋਰ ਕਿਹਨੇ ਕੀ ਰਹਿਣਾ। ਸੋ ਇਸ ਕਰਕੇ ਇਹਨੂੰ ਆਪਾਂ ਬੇਸਿਕਲੀ ਬਦਲਾਅ ਦੀ ਜਿਹੜੀ ਉਹ ਜ਼ਰੂਰਤ ਹੈਗੀ ਹੈ। ਪ੍ਰਗਟ ਸਿੰਘ ਨੇ ਮੁੱਖ ਮੰਤਰੀ ਵੱਲੋਂ ਨਜਾਇਜ਼ ਸ਼ਰਾਬ ਵੇਚਣ ਤੇ ਇਲਾਕੇ ਦੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੇ ਹੁਕਮਾਂ ਤੇ ਵੀ ਸਿੱਧੇ ਤੌਰ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਕਿਹਾ ਕਿ ਸਿਰਫ ਹੁਕਮ ਦੇਣ ਨਾਲ ਕਦੇ ਵੀ ਨਜਾਇਜ਼ ਸ਼ਰਾਬ ਦਾ ਧੰਦਾ ਬੰਦ ਨਹੀਂ ਹੋਵੇਗਾ। ਉਹਨਾਂ ਦੋਸ਼ ਲਾਇਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਸਰਕਾਰ ਬਣਨ ਸਮੇਂ ਪਹਿਲੀ ਬੈਠਕ ਵਿੱਚ ਹੀ ਕਾਰਪੋਰੇਸ਼ਨ ਬਣਾਉਣ ਦੀ ਮੰਗ ਕੀਤੀ ਗਈ ਸੀ, ਪਰ ਉਸ ਸਮੇਂ ਸਰਕਾਰ ਨੇ ਉਹਨਾਂ ਨੂੰ ਟਾਲਾ ਲਾ ਕੇ 2018 ਵਿੱਚ ਕਾਰਪੋਰੇਸ਼ਨ ਬਣਾਉਣ ਦੀ ਗੱਲ ਆਖੀ ਸੀ ਅਤੇ ਹੁਣ ਕਰੀਬ 3 ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਪੋਰੇਸ਼ਨ ਬਣਦੀ ਦਿਖਾਈ ਨਹੀਂ ਦਿੰਦੀ। ਜਿਹੜਾ ਆਹ ਸਾਨੂੰ ਕਾਰਪੋਰੇਸ਼ਨ ਬਣਾਉਣ ਤੋਂ ਕੌਣ ਰੋਕਦਾ, ਕੀ ਪ੍ਰੋਬਲਮ ਹੈ ਇਹਦੇ ਵਿੱਚ? ਕਿਉਂਕਿ ਹਰ ਪੈਸਾ ਜਿਹੜਾ ਪੰਜਾਬ ਦਾ ਹਰ ਪੈਸਾ ਉਹ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਣਾ ਚਾਹੀਦਾ, ਤਾਂ ਕਿ ਅਸੀਂ ਉਹਦੇ ਤੋਂ ਕਿਤੇ ਨਾ ਕਿਤੇ ਲੋਨ ਵੀ ਘਟਾ ਸਕੀਏ। ਦੇਖੋ ਚਾਹੇ ਘਰ ਚਲਾਉਣਾ ਹੋਵੇ, ਚਾਹੇ ਕੁਛ ਵੀ ਚਲਾਉਣਾ ਹੋਵੇ, ਜੇ ਉਸ ਘਰ 'ਤੇ ਲੋਨ ਵੱਧਦਾ ਗਿਆ ਅਤੇ ਉਹ ਹਰ ਤਰ੍ਹਾਂ ਨਾਲ ਉਹਦੇ 'ਚ ਵੀਕਨੈਸ ਹੋ ਜਾਣੀ ਹੈ।
ਕਿਉਂਕਿ ਕਰੈਕਟਰ ਦੀ ਵੀ ਕਿਤੇ ਨਾ ਕਿਤੇ ਡਿਟੀਰੀਓਰੇਸ਼ਨ ਹੋ ਜਾਣੀ ਆ। ਸੋ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੋਣੀਆਂ ਹੈਗੀਆਂ। ਕਿਉਂਕਿ ਮੈਂ ਕਈ ਠੇਕੇਦਾਰਾਂ ਨਾਲ ਵੀ ਗੱਲ ਕੀਤੀ, ਮੈਂ ਕਿਹਾ ਯਾਰ ਆ ਗੱਲ ਕੀ ਹੈਗੀ ਆ, ਜਿਹੜੀ 20-25-30% ਹੈਗੀ ਆ ਬੇਸਿਕਲੀ 2 ਨੰਬਰ ਦੀ ਸ਼ਰਾਬ ਵਿਕਦੀ ਆ। ਅੱਛਾ ਅਸੀਂ ਇਹ ਠੀਕ ਹੈ ਆਰਡਰ ਕਰੀ ਜਾਂਦੇ ਆ ਵੀ ਅਸੀਂ ਸਖਤੀ ਕਰ ਦੇਣੀ, ਅਸੀਂ ਐਂ ਕਰ ਦੇਣਾ, ਅਸੀਂ ਐਂ ਕਰ ਦੇਣਾ। ਗੱਲ ਬੈਠ ਕੇ ਸਮਝ ਲਓ, ਬੈਠ ਕੇ ਸਮਝ ਕੇ ਆਪਾਂ ਜੋ ਸਟੇਟ ਐਕਸਚੇਕਰ ਦੇ ਵਿੱਚ ਆ ਸਕਦਾ, ਕਿਉਂਕਿ ਪੈਸੇ ਜ਼ਿੰਦਗੀ 'ਚ ਚਾਹੀਦੇ ਕਿੰਨੇ ਕੁ ਹੁੰਦੇ ਆ, ਪੈਸੇ ਸੂਬੇ ਲਈ ਚਾਹੀਦੇ। ਮੈਂ ਤਾਂ 3 ਸਾਲਾਂ ਦਾ ਹੀ ਸ਼ੁਰੂ ਕਰ ਲਿਆ ਵੀ ਪਹਿਲੀ ਜਦੋਂ ਕੈਬਨਿਟ ਮੀਟਿੰਗ ਹੋਈ ਮੈਂ ਕਿਹਾ, ਮੈਂ ਨਵਜੋਤ ਨੂੰ ਪੁੱਛਿਆ, ਮੈਂ ਕਿਹਾ ਯਾਰ ਕੀ ਹੋਇਆ ਕਾਰਪੋਰੇਸ਼ਨ ਬਣਾਉਣ ਦਾ। ਉਹ ਕਹਿੰਦਾ ਵੀ ਹੁਣ ਤਾਂ ਇਹ ਕਹਿੰਦੇ ਆ ਵੀ ਹਜੇ ਕਿਉਂਕਿ ਟਾਈਮ ਇਹਨੂੰ ਲੱਗ ਜਾਣਾ, ਇਸ ਕਰਕੇ ਹਜੇ ਤਾਂ ਨਹੀਂ ਬਣਨੀ, ਹੁਣ ਆਪਾਂ ਨੂੰ ਜਲਦੀ ਆ ਤੇ ਇਸ ਕਰਕੇ ਹੁਣ ਤਾਂ ਇਦਾਂ ਹੀ ਦੇ ਦਿਓ ਤੇ ਅਗਲੇ ਸਾਲ ਹੋ ਜਾਊਗੀ। ਅਗਲੇ ਸਾਲ ਜਦੋਂ ਆਇਆ ਉਦੋਂ ਵੀ ਨਹੀਂ ਹੋਈ, ਜਦੋਂ ਅਗਲਾ ਸਾਲ ਆਇਆ। ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਹਰ ਵਾਰ ਪੰਜਾਬ ਦੇ ਭਲੇ ਦੀ ਗੱਲ ਕਰਨ ਲਈ ਕਾਂਗਰਸ ਤੋਂ ਬਾਗੀ ਕਰਾਰ ਦੇ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਸਹੀ ਗੱਲ ਕਰਨੀ ਬਾਗੀ ਪੁਣਾ ਹੈ ਤਾਂ ਉਹ ਪੱਕੇ ਬਾਗੀ ਨੇ। ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਉਹਨਾਂ ਵੱਲੋਂ ਪਹਿਲੀਆਂ ਲਿਖੀਆਂ ਚਿੱਠੀਆਂ ਤੇ ਵੀ ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ, ਕਿਉਂਕਿ ਅਲਟੀਮੇਟਲੀ ਤਾਂ ਫੇਸ ਤਾਂ ਬਾਬੂ ਨੇ ਨਹੀਂ ਕਰਨਾ, ਫੇਸ ਤਾਂ ਪੋਲੀਟੀਕਲ ਬੰਦੇ ਨੇ ਕਰਨਾ। ਲੋਕਾਂ 'ਚ ਤਾਂ ਪੋਲੀਟੀਕਲ ਬੰਦੇ ਨੇ ਜਾਣਾ ਤੇ ਪੋਲੀਟੀਕਲ ਬੰਦੇ ਨੂੰ ਜਾ ਕੇ ਫਿਰ ਕਹਿਣਾ ਤਾਂ ਪਊਗਾ ਨਾ ਵੀ ਅਸੀਂ ਕਰਕੇ ਕੀ ਆਏ ਆ। ਤੇ ਕਈ ਵਾਰੀ ਮੇਰੇ ਵਰਗਾ ਕਹਿ ਦਿੰਦਾ ਉਹ ਰਿਬੈਲੀਅਨ, ਉਹਨੂੰ ਰਿਬੈਲ ਕਹਿਣ ਲੱਗ ਪੈਂਦੇ ਆ। ਪਿਛਲੀ ਵਾਰੀ ਵੀ ਮੈਨੂੰ ਰਿਬੈਲ ਕਹਿੰਦੇ ਸੀ, ਹੁਣ ਵੀ ਕਈ ਵਾਰੀ ਰਿਬੈਲ ਕਹਿ ਲੈਂਦੇ ਆ। ਅੱਛਾ ਗੱਲ ਠੀਕ ਕਰਨੀ ਤੇ ਜੇ ਰਿਬੈਲ ਹੈਗੀ ਆ ਤਾਂ ਮੈਨੂੰ ਲੱਗਦਾ ਫਿਰ ਰਿਬੈਲ ਵੀ ਠੀਕ ਹੈ। ਅੱਛਾ ਕਮਰੇ 'ਚ ਵੜ ਕੇ ਵੀ ਕਈ ਦਾ ਮਿਹਨਤ ਵੀ ਕਰੀਦੀ ਆ ਵੀ ਯਾਰ ਆਹ ਕੰਮ ਇੱਦਾਂ ਹੋ ਸਕਦਾ, ਇੱਦਾਂ ਹੋ ਸਕਦਾ, ਇੱਦਾਂ ਹੋ ਸਕਦਾ। ਈਵਨ ਮੈਂ ਤਾਂ ਹੁਣ ਜਿਹੜੀਆਂ ਪਹਿਲੀਆਂ 1-2 ਚਿੱਠੀਆਂ ਲਿਖੀਆਂ ਉਹ ਵੀ ਚੁੱਪ ਕਰਕੇ ਲਿਖੀਆਂ ਵੀ ਭਾਈ ਆਹ ਗੱਲ ਇੱਦਾਂ ਨਹੀਂ, ਇੱਦਾਂ ਹੈਗੀ ਆ। ਅੱਛਾ ਫਿਰ ਇਸ ਗੱਲ ਨੂੰ ਨਹੀਂ ਸਮਝਦੇ ਇਹ। ਤੁਹਾਨੂੰ ਕੋਈ ਰਿਪਲਾਈ ਆਇਆ ਕਿਸੇ? ਨਹੀਂ ਰਿਪਲਾਈ ਤਾਂ ਕਾਹਨੂੰ ਹੋਣਾ, ਕਿਉਂਕਿ ਰਿਪਲਾਈ ਤਾਂ ਬੇਸਿਕਲੀ ਤਾਂ ਮੀਟਿੰਗ ਹੋਈ ਸੀਗੀ। ਈਵਨ ਕਿ ਜਿਹੜਾ BPA ਪਾਵਰ ਪਰਚੇਜ਼ ਐਗਰੀਮੈਂਟ ਆ ਉਹਦੇ ਤੇ ਕੁਝ ਨਹੀਂ ਹੋਇਆ ਉਹਦੇ ਤੇ, ਕਿਉਂਕਿ ਸਮਾਂ ਨਿਕਲਦਾ ਜਾਂਦਾ, ਸਮਾਂ ਕੱਢੀ ਜਾਂਦੇ ਆ ਤੇ ਸਮਾਂ ਹੀ ਕੱਢ ਰਹੇ ਆ। ਹਾਂ ਸਮਾਂ ਹੀ ਕੱਢ ਰਹੇ। ਅੱਛਾ ਕਰਨਾ ਵਰਤਮਾਨ ਸਮੇਂ ਨਹੀਂ ਹੁੰਦਾ ਸਾਰਾ ਕੁਝ, ਬਹੁਤ ਠੀਕ ਹੈ ਨਾ। ਪਿਛਲੇ ਸਮੇਂ ਨੂੰ ਤਾਂ ਤੁਸੀਂ ਕੀ ਕਹਿੰਦੇ ਆ ਉਹਦੇ ਤੋਂ ਤਾਂ ਸਿੱਖ ਹੀ ਸਕਦੇ ਆ ਨਾ। ਅੱਛਾ ਕਈ ਵਾਰੀ ਇਹ ਵੀ ਹੁੰਦਾ ਵੀ ਉਹੀ ਚੀਜ਼ਾਂ ਟੇਕ ਓਵਰ ਹੋ ਜਾਂਦੀਆਂ, ਕੁਝ ਜੋ ਪਿੱਛੇ ਹੋ ਰਹੀਆਂ ਸੀ ਉਹੀ ਟੇਕ ਓਵਰ ਹੋ ਜਾਂਦਾ, ਉਹ ਸਿਸਟਮ ਹੀ ਟੇਕ ਓਵਰ ਹੋ ਜਾਂਦਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਪ੍ਰਗਟ ਸਿੰਘ ਆਪਣੀ ਹੀ ਸਰਕਾਰ ਤੇ ਕਈ ਵਾਰ ਉਂਗਲਾਂ ਚੁੱਕ ਚੁੱਕੇ ਨੇ। ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਕਈ ਚਿੱਠੀਆਂ ਲਿਖੀਆਂ ਸੀ, ਜਿਸ ਵਿੱਚ ਉਹਨਾਂ ਨੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਦੁਹਾਈ ਦਿੱਤੀ ਸੀ। ਇਸ ਤੋਂ ਬਾਅਦ ਪ੍ਰਗਟ ਸਿੰਘ ਦੀ ਮੁੱਖ ਮੰਤਰੀ ਨਾਲ ਕਰੀਬ 40 ਮਿੰਟਾਂ ਦੀ ਇੱਕ ਬੈਠਕ ਵੀ ਹੋਈ ਸੀ, ਪਰ ਉਸ ਬੈਠਕ ਤੋਂ ਬਾਅਦ ਹੁਣ ਤੱਕ ਪ੍ਰਗਟ ਸਿੰਘ ਚੁੱਪ ਹੀ ਰਹੇ ਅਤੇ ਅੱਜ ਇੱਕ ਵਾਰ ਫਿਰ ਤੋਂ ਵਿਧਾਇਕ ਪ੍ਰਗਟ ਸਿੰਘ ਦਾ ਗੁੱਸਾ ਆਪਣੀ ਹੀ ਸਰਕਾਰ ਤੇ ਲਾਵੇ ਵਾਂਗੂ ਫੁੱਟ ਗਿਆ। ਜਲੰਧਰ ਤੋਂ ਪੁਨੀਤ ਅਰੋੜਾ, ਪੰਜਾਬੀ ਲੋਕ ਚੈਨਲ।